ਬਰਨਾਲਾ ਦੇ ਪਿੰਡ ਕਲਾਲਾ ਦੇ ਵਿੱਚ ਕਿਸਾਨਾਂ ਨੇ ਬੰਦੀ ਬਣਾਈ ਫਾਇਰ ਬ੍ਰਿਗੇਡ ਦੀ ਟੀਮ। ਨਾਇਬ ਤਹਿਸੀਲਦਾਰ ਤੋਂ ਖੇਤੀਬਾੜੀ ਵਿਭਾਗ ਦੇ ਅਫਸਰ ਵੀ ਘੇਰੇ। ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਲਗਾਈ ਗਈ ਅੱਗ ਨੂੰ ਬੁਝਾਉਣ ਪਹੁੰਚੀ ਸੀ ਟੀਮ। ਪਰਾਲੀ ਸਾੜੇ ਜਾਣ ਦੇ ਮਾਮਲੇ ਤੇ ਸਖਤ ਹੋਈ ਮਾਨ ਸਰਕਾਰ। ਲੁਧਿਆਣਾ ਦੇ ਵਿੱਚ ਖੇਤੀਬਾੜੀ ਵਿਭਾਗ ਦਾ ਵੱਡਾ ਐਕਸ਼ਨ। 1,92,000 ਦਾ ਕੀਤਾ ਜੁਰਮਾਨਾ। 57 ਕਿਸਾਨਾਂ ਦੇ ਰਿਕਾਰਡ ਦੇ ਵਿੱਚ ਰੈੱਡ ਐਂਟਰੀ। ਪਰਾਲੀ ਸਾੜੇ ਜਾਣ ਤੋਂ ਰੋਕਣ ਦੇ ਲਈ ਨੰਬਰਦਾਰਾਂ ਦੀਆਂ ਡਿਊਟੀਆਂ ਲਗਾਉਣ ਤੇ ਸ਼ੁਰੂ ਹੋਇਆ ਵਿਵਾਦ। ਨੰਬਰਦਾਰਾਂ ਨੇ ਕੀਤਾ ਸਰਕਾਰ ਦੇ ਫੈਸਲੇ ਦਾ ਵਿਰੋਧ ਤਾਂ ਕਾਂਗਰਸ ਦੇ ਐਮਪੀ ਗੁਰਜੀਤ ਔਜਲਾ ਬੋਲੇ ਕਾਨੂੰਨ ਲਾਗੂ ਕਰਨਾ ਸਰਕਾਰ ਦਾ ਕੰਮ ਨਾ ਕਿ ਨੰਬਰਦਾਰਾਂ। ਪਰਾਲੀ ਸਾੜੇ ਜਾਣ ਦੇ ਮਾਮਲਿਆਂ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਪੰਜਾਬ ਦੇ ਸਿਰ ਭੰਨਿਆ ਠੀਕਰਾ। ਮਨੋਹਰ ਲਾਲ ਖੱਟਰ ਬੋਲੇ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਵਿੱਚ 10% ਵੀ ਨਹੀਂ ਸੜੀ ਪਰਾਲੀ। ਜਲੰਧਰ ਦੇ ਵਿੱਚ ਮੁੱਠਭੇੜ ਤੋਂ ਬਾਅਦ 5 ਬਦਮਾਸ਼ ਕਾਬੂ। ਪੰਜਾਬ ਅਤੇ ਦਿੱਲੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਵਿੱਚ ਦਬੋਚਿਆ। ਇੱਕ ਦੀ ਤਲਾਸ਼ ਅਜੇ ਵੀ ਜਾਰੀ। ਮਾਨਸਾ ਪੁਲਿਸ ਨੂੰ 9 ਨਵੰਬਰ ਤੱਕ ਮਿਲਿਆ ਦੀਪਕ ਟੀਨੂ ਦਾ ਰਿਮਾਂਡ। ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਾਹਮਣੇ ਬਿਠਾ ਕੇ ਟੀਨੂ ਤੋਂ ਹੋਵੇਗੀ ਪੁੱਛ ਪੜਤਾਲ। ਮਜੀਠੀਆ ਦੀ ਜ਼ਮਾਨਤ ਨੂੰ ਚੁਣੌਤੀ ਦੇਣ ਦੀ ਤਿਆਰੀ ਦੇ ਵਿੱਚ ਪੰਜਾਬ ਸਰਕਾਰ। ਸੂਤਰਾਂ ਮੁਤਾਬਕ ਜਲਦੀ ਸੁਪਰੀਮ ਕੋਰਟ ਦੇ ਵਿੱਚ ਪਾਈ ਜਾਵੇਗੀ ਸਪੈਸ਼ਲ ਲੀਵ ਪਟੀਸ਼ਨ। ਡਰੱਗ ਕੇਸ ਦੇ ਵਿੱਚ ਮਜੀਠੀਆ ਨੂੰ ਹਾਈ ਕੋਰਟ ਤੋਂ ਮਿਲੀ ਹੋਈ ਹੈ ਜ਼ਮਾਨਤ। ਫਾਜ਼ਿਲਕਾ ਨਗਰ ਕੌਂਸਲ ਦੀ ਬੈਠਕ ਦੇ ਵਿੱਚ ਜ਼ਬਰਦਸਤ ਹੰਗਾਮਾ। ਆਪਸ ਦੇ ਵਿੱਚ ਹੀ ਉਲਝੇ ਆਮ ਆਦਮੀ ਪਾਰਟੀ ਦੇ ਵਰਕਰ। ਬੈਠਕ ਦੇ ਵਿੱਚ ਹੋਈ ਤਿੱਖੀ ਤਕਰਾਰ। ਬਠਿੰਡਾ 'ਚ ਦੇਖਿਆ ਤੇਜ਼ ਰਫ਼ਤਾਰ ਦਾ ਕਹਿਰ। ਆਪਸ ਦੇ ਵਿੱਚ ਟਕਰਾਈਆਂ 3 ਗੱਡੀਆਂ। ਇੱਕ ਗੱਡੀ ਦਾ ਇੰਜਨ ਹੀ ਹੋਇਆ ਵੱਖ। 2 ਲੋਕ ਜ਼ਖਮੀ। ਪਠਾਨਕੋਟ ਦੇ ਪਿੰਡ ਡਿਮਕੋ ਦੇ ਵਿੱਚ ਮਹਿਲਾ ਦੀ ਬੇਰਹਿਮੀ ਦੇ ਨਾਲ ਕੁੱਟਮਾਰ। ਡਾਂਗਾਂ ਦੇ ਨਾਲ ਮਹਿਲਾ ਤੇ ਕੀਤਾ ਵਾਰ। ਬੁਰੀ ਤਰ੍ਹਾਂ ਜ਼ਖਮੀ ਹੋਈ ਮਹਿਲਾ ਹਸਪਤਾਲ 'ਚ ਦਾਖਲ। ਪੁਲਿਸ ਨੇ 9 ਲੋਕਾਂ ਦੇ ਖਿਲਾਫ ਦਰਜ ਕੀਤਾ ਕੇਸ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਹੋਵੇ ਤੇ ਉੱਥੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਜਾਵੇ ਅੱਗ ਨੂੰ ਬੁਝਾਉਣ ਦੇ ਲਈ ਤੇ ਉਸ ਟੀਮ ਨੂੰ ਹੀ ਬੰਦਕ ਬਣਾ ਲਿਆ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਸ਼ੁਰੂਆਤ ਉਸ ਦੇ ਨਾਲ ਹੀ ਕਰਨ ਜਾ ਰਹੇ ਹਾਂ। ਖਬਰ ਹੈ ਬਰਨਾਲਾ ਤੋਂ ਕਿਸਾਨਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਹੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਖੁਦ ਚਲਾ ਕੇ ਗੁਰੂ ਘਰ ਦੇ ਵਿੱਚ ਲਿਜਾ ਕੇ ਗੱਡੀ ਨੂੰ ਖੜਾ ਕਰ ਦਿੱਤਾ ਤੇ ਕਿਸਾਨਾਂ ਨੇ ਕਿਵੇਂ ਗੱਡੀ ਦੇ ਉੱਤੇ ਕਬਜ਼ਾ ਕੀਤਾ ਉਹ ਤਸਵੀਰਾਂ ਸਾਹਮਣੇ ਆਈਆਂ ਨੇ। ਦਰਅਸਲ ਇਹ ਗੱਡੀ ਤੇ ਇਸ ਗੱਡੀ ਦੇ ਵਿੱਚ ਸਵਾਰ ਹੋ ਕੇ ਟੀਮ ਫਾਇਰ ਬ੍ਰਿਗੇਡ ਦੀ ਪਹੁੰਚੀ ਹੋਈ ਸੀ ਅੱਗ ਬੁਝਾਉਣ ਦੇ ਲਈ। ਜੀ ਇਹ ਪੂਰਾ ਮਾਮਲਾ ਬਰਨਾਲਾ ਦੇ ਪਿੰਡ ਕਲਾਲਾ ਦਾ ਹੈ। ਕਲਾਲਾ ਦੇ ਵਿੱਚ ਪਰਾਲੀ ਦੀ ਅੱਗ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਸੀ। ਕਿਸਾਨਾਂ ਨੇ ਪਰਾਲੀ ਦੇ ਵਿੱਚ ਅੱਗ ਲਗਾਈ ਹੋਈ ਸੀ ਤੇ ਕਿਸਾਨਾਂ ਤੇ ਕਾਰਵਾਈ ਨਾ ਕਰਨ ਦੇ ਭਰੋਸੇ ਤੋਂ ਬਾਅਦ ਫਿਰ ਟੀਮ ਨੂੰ ਛੱਡਿਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਕਿਉਂਕਿ ਉੱਪਰੋਂ ਲਾਜ਼ਮੀ ਤੌਰ ਤੇ ਅਫਸਰਾਂ ਦੇ ਆਰਡਰ ਹੋਏ ਹੋਣਗੇ ਤਾਂ ਗੱਡੀ ਲੈ ਕੇ ਫਾਇਰ ਬ੍ਰਿਗੇਡ ਦੀ ਟੀਮ ਪਾਣੀ ਲੈ ਕੇ ਪਹੁੰਚ ਗਈ ਤੇ ਅੱਗ ਬੁਝਾਉਣ ਦੇ ਲਈ ਜਿਵੇਂ ਆਮ ਤੌਰ ਤੇ ਜਾਂਦੇ ਨੇ ਤਾਂ ਫਿਰ ਉੱਥੇ ਹੀ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਘੇਰ ਲਿਆ ਗਿਆ। ਇੱਕ ਤਰੀਕੇ ਨਾਲ ਬੰਦਕ ਬਣਾ ਲਿਆ ਗਿਆ ਕਿਉਂਕਿ ਫਾਇਰ ਬ੍ਰਿਗੇਡ ਦੀ ਟੀਮ ਉੱਥੇ ਅੱਗ ਬੁਝਾਉਣ ਦੇ ਲਈ ਪਹੁੰਚੀ ਹੋਈ ਸੀ। ਕਿਸਾਨ ਇਹ ਤਰਕ ਦੇ ਰਹੇ ਨੇ ਕਿ ਸਾਡੇ ਕੋਲ ਪਰਾਲੀ ਸਾੜਨ ਤੋਂ ਸਿਵਾ ਹੋਰ ਕੋਈ ਹੱਲ ਨਹੀਂ ਹੈ, ਬਦਲ ਨਹੀਂ ਹੈ। ਦੂਜੇ ਪਾਸੇ ਪਰਾਲੀ ਨੂੰ ਲੈ ਕੇ ਪਰਾਲੀ ਦੀ ਸਾੜਨ ਦੀ ਵਜ੍ਹਾ ਦੇ ਨਾਲ ਹੋ ਰਹੇ ਪ੍ਰਦੂਸ਼ਣ ਨੂੰ ਲੈ ਕੇ ਵੀ ਇਸ ਸਮੇਂ ਬਵਾਲ ਹੈ। ਖੈਰ ਫਾਇਰ ਬ੍ਰਿਗੇਡ ਦੀ ਗੱਡੀ ਦੇ ਉੱਤੇ ਇਸ ਤਰੀਕੇ ਨਾਲ ਕਬਜ਼ਾ ਕਰ ਲੈਣਾ ਇਹ ਵੀ ਤਰਕ ਸੰਗਤ ਤਾਂ ਨਹੀਂ ਕਿਹਾ ਜਾ ਸਕਦਾ ਕਿ ਆਖਿਰ ਤੁਸੀਂ ਇਹ ਗੈਰ ਕਾਨੂੰਨੀ ਹੈ, ਇਸ ਤਰ੍ਹਾਂ ਕਿਵੇਂ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਸਕਦੇ ਹੋ। ਸਵਾਲ ਕਿਸਾਨਾਂ ਨੂੰ ਵੀ ਹੋਣਗੇ ਜਦੋਂ ਸਵਾਲ ਪ੍ਰਸ਼ਾਸਨ ਨੂੰ ਹੁੰਦੇ ਨੇ। ਯਾਰ ਕਿਸਾਨ ਖੁਦ ਹੀ ਇਹ ਗੱਡੀ ਚਲਾ ਕੇ ਪਹੁੰਚ ਗਏ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕੁਝ ਬੈਨਰ ਵੀ ਤੁਹਾਨੂੰ ਨਜ਼ਰ ਆ ਰਹੇ ਨੇ। ਫਾਇਰ ਬ੍ਰਿਗੇਡ ਦੀ ਟੀਮ ਉੱਥੇ ਪਹੁੰਚੀ ਹੋਈ ਸੀ, ਗੁਰੂ ਘਰ ਦੇ ਵਿੱਚ ਲੈ ਕੇ ਪੂਰੀ ਗੱਡੀ ਨੂੰ ਪਹੁੰਚ ਗਏ। ਤੇ ਇੱਥੇ ਪੁਆਇੰਟ ਇਹ ਵੀ ਹੈ ਕਿ ਜੇਕਰ ਕਿਸੇ ਹੋਰ ਥਾਂ ਦੇ ਉੱਤੇ ਅੱਗ ਲੱਗੀ ਹੁੰਦੀ ਤੇ ਫੌਰੀ ਤੌਰ ਤੇ ਵਿਭਾਗ ਦੇ ਵੱਲੋਂ ਫੋਨ ਕੀਤਾ ਜਾਂਦਾ ਟੀਮ ਨੂੰ ਕਿ ਠੀਕ ਹੈ ਤੁਸੀਂ ਨਿਕਲੋ, ਅੱਗ ਜਿੱਥੇ ਲੱਗੀ ਹੋਈ ਹੈ ਉੱਥੇ ਪਹੁੰਚੋ, ਤਾਂ ਫਿਰ ਉਹ ਕਿਵੇਂ ਪਹੁੰਚਦੇ। ਤਾਂ ਕਿਉਂਕਿ ਐਮਰਜੈਂਸੀ ਸੇਵਾਵਾਂ ਦੇ ਨਾਲ ਜੁੜੀ ਹੋਈ ਹੈ ਫਾਇਰ ਬ੍ਰਿਗੇਡ ਦੀ ਟੀਮ ਔਰ ਗੱਡੀ, ਜਦੋਂ ਉਸ ਦੇ ਉੱਤੇ ਹੀ ਇਸ ਤਰੀਕੇ ਨਾਲ ਕਬਜ਼ਾ ਕਰਕੇ ਗੁਰੂ ਘਰ ਲੈ ਜਾਈ ਜਾਵੇ ਗੱਡੀ, ਫਿਰ ਫਰਕ ਤਾਂ ਪੈਂਦਾ ਹੈ। ਖੁਦ ਚਲਾ ਕੇ ਕਿਸਾਨ ਆਗੂ ਗੁਰੂ ਘਰ ਲੈ ਕੇ ਗਏ, ਯਾਨੀ ਜਿਹੜਾ ਨੇੜੇ ਦਾ ਗੁਰਦੁਆਰਾ ਸੀ ਉੱਥੇ ਲੈ ਗਏ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਲਿਜਾ ਕੇ ਇਸ ਗੱਡੀ ਨੂੰ ਖੜਾ ਕਰ ਦਿੱਤਾ ਗਿਆ। ਗੱਡੀ ਦੇ ਉੱਪਰ ਕਿਵੇਂ ਕਿਸਾਨ ਚੜ ਗਏ ਨੇ, ਗੱਡੀ ਜਿਹੜਾ ਪੂਰੀ ਕੈਂਟਰ ਟਾਈਪ ਹੁੰਦਾ ਹੈ ਉਸ ਦੇ ਅੱਗੇ ਕਿਵੇਂ ਖੜੇ ਹੋਏ ਨੇ, ਇਹ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ। ਇਹਦੇ ਚ ਇੱਕ ਤਾਂ ਤਹਿਸੀਲਦਾਰ ਆ ਜਿਹੜਾ ਇਹਨਾਂ ਨਾਲ ਲਾਇਆ,
ਇੱਕ ਦੋ ਜਿਹੜੇ ਖੇਤੀਬਾੜੀ ਅਧਿਕਾਰੀ ਨੇ ਉਹ ਨੇ ਉਹਨਾਂ ਨੂੰ ਜਿਹੜਾ ਅਸੀਂ ਬੰਦੀ ਬਣਾਇਆ ਹੋਇਆ ਹੈਗਾ ਉਹਨਾਂ ਚਿਰ ਛੱਡਾਂਗੇ ਨਹੀਂ ਜਿੰਨਾ ਚਿਰ ਸਾਡਾ ਹੱਲ ਨਹੀਂ ਕਰਦੇ ਆ ਪਰਚਾ ਵਾਪਸ ਨਹੀਂ ਲੈਂਦੇ। ਤੇ ਸਾਡਾ ਅਲਟੀਮੇਟਮ ਵੀ ਆ ਜਿਹੜੀ ਆ ਫਾਇਰ ਬ੍ਰਿਗੇਡ ਆ ਇਹਨੂੰ ਜਥੇਬੰਦੀ ਨੇ ਆਪਦੇ ਕਬਜ਼ੇ 'ਚ ਲੈ ਲਿਆ ਗਾ। ਪੂਰਨ ਲੋਕ ਇਹਨੂੰ ਇੱਥੇ ਗੁਰਦੁਆਰਾ ਸਾਹਿਬ ਲਾ ਦਾਂਗੇ 5 ਦਿਨ 4 ਦਿਨ ਉਹਨੇ ਦਿਨ ਛੱਡਾਂਗੇ ਨਹੀਂ ਜਿੰਨੇ ਨਾਲ ਅੱਗ ਨਹੀਂ ਲੱਗਦੀ। ਤੇ ਨਾਲ ਹੀ ਸਾਡਾ ਅਲਟੀਮੇਟਮ ਇਹ ਆ ਜਿਹੜਾ ਕਿਸਾਨ ਨੇ ਅੱਜ ਅੱਗ ਲਾਈ ਆ ਰਣਜੋਤ ਸਿੰਘ ਨੇ ਜਾਂ ਬਰਨਾਲੇ ਜ਼ਿਲ੍ਹੇ 'ਚ ਹੋਰ ਪ੍ਰਸ਼ਾਸਨ ਨੂੰ ਅਲਟੀਮੇਟਮ ਆ ਸਰਕਾਰ ਨੂੰ ਇਹਨਾਂ ਨੇ ਪਰਚਾ ਦੇਣ ਦੀ ਕੋਸ਼ਿਸ਼ ਕਰੀ। 4 ਜੂਨਾਂ ਦੇ ਵਿੱਚ ਬਰਨਾਲੇ ਜ਼ਿਲ੍ਹੇ ਨੂੰ ਵੰਡਿਆ ਹੋਇਆ ਗਾ ਮਹਿਲ ਕਲਾਂ ਬਠਿੰਡਾ ਮਾਰਗ ਬਠਿੰਡਾ ਲੁਧਿਆਣਾ ਮਾਰਗ ਮਹਿਲ ਕਲਾਂ ਪੱਕੇ ਤੌਰ ਤੇ ਟਰਾਲੀਆਂ ਲਾ ਕੇ ਪਰਾਲੀ ਜਾਮ ਕਰਾਂਗੇ। ਤੇ ਕਿਸਾਨਾਂ ਦੇ ਵੱਲੋਂ ਤਰਕ ਦਿੱਤਾ ਜਾ ਰਿਹਾ ਕਿ ਸਾਡੇ ਕੋਲ ਕੋਈ ਬਦਲ ਨਹੀਂ ਤੇ ਉਸ ਤੋਂ ਬਾਅਦ ਚੇਤਾਵਨੀ ਵੀ ਹੈ ਪ੍ਰਸ਼ਾਸਨ ਨੂੰ ਕਿ ਜੇਕਰ ਤੁਸੀਂ ਪਰਚਾ ਜਾਂ ਫਿਰ ਕੋਈ ਕਾਰਵਾਈ ਕਿਸਾਨਾਂ ਦੇ ਖਿਲਾਫ ਕੀਤੀ ਹੋ ਚਾਹੇ ਬਰਨਾਲਾ ਤੋਂ ਹੋਵੇ ਜਾਂ ਇਲਾਕੇ 'ਚ ਹੋਰ ਕਿਸੇ ਦਾ ਤਾਂ ਫਿਰ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ। ਕਿਸਾਨ ਜਥੇਬੰਦੀ ਉੱਥੇ ਪਹੁੰਚ ਗਈ ਸੀ ਕਿਸਾਨ ਆਗੂ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੁੰਦਾ ਹੋਇਆ ਨਜ਼ਰ ਆਇਆ। ਰੁਕ ਕਰਦੇ ਹਾਂ ਸਾਡੇ ਸਹਿਯੋਗੀ ਆਸ਼ੀਸ਼ ਸ਼ਰਮਾ ਸਾਡੇ ਨਾਲ ਬਰਨਾਲਾ ਤੋਂ ਜੁੜ ਰਹੇ ਨੇ। ਆਸ਼ੀਸ਼ ਦੱਸੋ ਮੌਜੂਦਾ ਸਮੇਂ ਸਥਿਤੀ ਕੀ ਹੈ? ਫਾਇਰ ਬ੍ਰਿਗੇਡ ਦੀ ਟੀਮ ਪਰਤ ਗਈ ਵਾਪਸ ਜਾਂ ਉੱਥੇ ਮੌਜੂਦ ਹੈ? ਕੀ ਕੁਝ ਇਸ ਸਮੇਂ ਸਥਿਤੀ ਹੈ? ਜੀ ਗੌਰਵ, ਇਹ ਬਰਨਾਲਾ ਦੇ ਪਿੰਡ ਮਹਿਲ ਕਲਾਂ ਦੇ ਨੇੜੇ ਕਲਾਲਾ ਪਿੰਡ ਵਿੱਚ ਜਿੱਥੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਉੱਥੇ ਨਾਇਬ ਤਹਿਸੀਲਦਾਰ ਦੇ ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਨਾਇਬ ਫਾਇਰ ਬ੍ਰਿਗੇਡ ਗੱਡੀ ਉੱਥੇ ਪਹੁੰਚੀ ਤੇ ਉੱਥੇ ਬੀਕੇਯੂ ਕਾਦੀਆਂ ਦੀ ਯੂਨੀਅਨ ਵੀ ਉੱਥੇ ਪਹੁੰਚ ਗਈ ਸੀ। ਉਹਨਾਂ ਨੇ ਇਹਨਾਂ ਸਾਰਿਆਂ ਨੂੰ ਬੰਦੀ ਬਣਾ ਲਿਆ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਠੀਕ ਹੈ, ਲੱਗ ਰਿਹਾ ਆਸ਼ੀਸ਼ ਦੀ ਆਵਾਜ਼ ਕਲੀਅਰ ਨਹੀਂ ਆ ਰਹੀ ਸਾਡੇ ਕੋਲ। ਦੁਬਾਰਾ ਕੋਸ਼ਿਸ਼ ਕਰਦੇ ਹਾਂ ਆਸ਼ੀਸ਼, ਮੇਰੀ ਆਵਾਜ਼ ਪਹੁੰਚ ਰਹੀ ਹੈ? ਦੁਬਾਰਾ ਅਸੀਂ ਇੱਕ ਵਾਰ ਆਸ਼ੀਸ਼ ਨੂੰ ਜੋੜਾਂਗੇ। ਇਸ ਸਮੇਂ ਸਥਿਤੀ ਕੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਵੀ ਅਹਿਮ ਪੁਆਇੰਟ ਇਹ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਿਸੇ ਨੇ ਫੋਨ ਕਰਕੇ ਸੱਦਿਆ ਸੀ ਜਾਂ ਫਿਰ ਕੋਈ ਵੱਡੇ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਾ ਕੇ ਉੱਥੇ ਅੱਗ ਬੁਝਾ ਦਿਓ। ਤਾਂ ਇਹ ਬਹੁਤ ਅਹਿਮ ਪੁਆਇੰਟ ਹੈ। ਕੋਸ਼ਿਸ਼ ਕਰਾਂਗੇ ਕਿ ਆਪਣੇ ਸਹਿਯੋਗੀ ਤੋਂ ਜਾਣ ਸਕੀਏ, ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਸਵਾਲ ਖੜੇ ਕਰਦੀਆਂ ਨੇ ਕਿ ਆਖਿਰ ਫਾਇਰ ਬ੍ਰਿਗੇਡ ਦੀ ਜੋ ਐਮਰਜੈਂਸੀ ਸੇਵਾਵਾਂ ਦੇ ਨਾਲ ਜੁੜੀ ਹੋਈ ਟੀਮ ਹੈ ਉਸ ਨੂੰ ਕਿਉਂ ਬੰਦਕ ਬਣਾ ਲਿਆ ਗਿਆ ਜਾਂ ਫਿਰ ਕਿਉਂ ਇਸ ਤਰੀਕੇ ਨਾਲ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਕਿਸਾਨ ਆਗੂਆਂ ਨੇ ਲੈ ਲਿਆ। ਖੈਰ ਕਾਨੂੰਨ ਤੋਂ ਉੱਤੇ ਕੋਈ ਵੀ ਨਹੀਂ ਹੈ, ਪਰ ਜਦੋਂ ਐਂਬੂਲੈਂਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਂ ਹੋਰ ਐਮਰਜੈਂਸੀ ਸੇਵਾਵਾਂ ਦੇ ਨਾਲ ਜੁੜੀ ਹੋਈ ਵੀ ਕੋਈ ਟੀਮ ਹੈ ਉਸ ਨੂੰ ਤਾਂ ਲੋਕ ਰਾਹ ਦੇ ਦਿੰਦੇ ਨੇ ਕਿ ਅੱਗੇ ਜਾਣ ਦਿਓ, ਪਰ ਇੱਥੇ ਪਰਾਲੀ ਸੜਨ ਨੂੰ ਲੈ ਕੇ ਵਿਵਾਦ ਹੋਇਆ ਤੇ ਫਿਰ ਗੱਡੀ ਨੂੰ ਹੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪਰਾਲੀ ਦੇ ਮਸਲੇ ਉੱਤੇ ਇਸ ਸਮੇਂ ਸਿਆਸਤ ਵੀ ਖੂਬ ਭਖੀ ਹੋਈ ਹੈ। ਐਸਵਾਈਐਲ ਤੋਂ ਬਾਅਦ ਹੁਣ ਹਰਿਆਣਾ ਪੰਜਾਬ ਪਰਾਲੀ ਪ੍ਰਦੂਸ਼ਣ ਨੂੰ ਲੈ ਕੇ ਵੀ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਤੇ ਹਰਿਆਣਾ ਨੇ ਪਰਾਲੀ ਦੇ ਧੂਏ ਦਾ ਠੀਕਰਾ ਪੰਜਾਬ ਦੇ ਸਿਰ ਭੰਨਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਦਾਅਵਾ ਹੈ ਕਿ ਪੰਜਾਬ ਦੀ ਤੁਲਨਾ ਦੇ ਵਿੱਚ ਹਰਿਆਣਾ ਨੇ 10% ਵੀ ਪਰਾਲੀ ਨਹੀਂ ਸਾੜੀ ਅਤੇ ਪੰਜਾਬ ਦੇ ਕਰੀਬ 13,000 ਮਾਮਲਿਆਂ ਦੇ ਮੁਕਾਬਲੇ ਹਰਿਆਣਾ 'ਚ ਸਿਰਫ 1925 ਥਾਵਾਂ ਦੇ ਉੱਤੇ ਹੀ ਪਰਾਲੀ ਨੂੰ ਅੱਗ ਲਗਾਈ ਗਈ। लेकिन अगर हम पंजाब के साथ तुलना करते हैं तो पंजाब का हम 10% भी हम उसमें नहीं हैं, 10% के आसपास है। हमारे यहाँ पराली की जलाने की घटनाएं बहुत कम हो गई हैं। ਤੇ ਹਰਿਆਣਾ 'ਚ ਪ੍ਰਦੂਸ਼ਣ ਦੇ ਲਈ ਸੀਐਮ ਨੇ ਪੰਜਾਬ 'ਚ ਸਾੜੀ ਜਾ ਰਹੀ ਪਰਾਲੀ ਨੂੰ ਜ਼ਿੰਮੇਵਾਰ ਦੱਸਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਧੂਏ ਦਾ ਅਸਰ ਸਿਰਫ ਪੰਜਾਬ ਹੀ ਨਹੀਂ ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਜਾਵੇਗਾ। हम भी अपील करेंगे कि पॉल्यूशन जो किसी स्टेट एक में नहीं रहता। पराली तो एक ही प्रदेश में जलेगी लेकिन उसके दुष्परिणाम जो होंगे वो पूरे इलाके में होते हैं। उसको कोई लिमिटेशन नहीं है, कोई उसकी सीमा नहीं है। तो उस प्रदूषण का असर तो आखिर हरियाणा में पड़ेगा, चंडीगढ़ में पड़ेगा, चंडीगढ़ में भी पड़ेगा, बढ़ते बढ़ते दिल्ली तक भी असर होता है, गुड़गांव में भी असर होता है। ਤਾਂ ਪੰਜਾਬ 'ਚ ਪਰਾਲੀ ਸੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। 15 ਸਤੰਬਰ ਤੋਂ 31 ਅਕਤੂਬਰ ਤੱਕ 16,004 ਮਾਮਲੇ ਸਾਹਮਣੇ ਆਏ, ਜਦਕਿ 2021 ਦੇ ਵਿੱਚ 31 ਅਕਤੂਬਰ ਤੱਕ ਸਿਰਫ 13,124। ਹਾਲਾਂਕਿ 2020 ਦੇ ਵਿੱਚ 29,615 ਥਾਵਾਂ ਦੇ ਉੱਤੇ ਇਹਨਾਂ ਦਿਨਾਂ 'ਚ ਪਰਾਲੀ ਸਾੜੀ ਗਈ ਸੀ। ਤਾਂ ਪਰਾਲੀ ਲਗਾਤਾਰ ਸਾੜੀ ਜਾ ਰਹੀ ਹੈ ਤੇ ਇਹ ਚਿੰਤਾ ਨੂੰ ਵਧਾ ਰਹੀ ਹੈ ਕਿਉਂਕਿ ਪ੍ਰਦੂਸ਼ਣ ਬਹੁਤ ਹੋ ਰਿਹਾ ਹੈ। ਪਰਾਲੀ ਪ੍ਰਦੂਸ਼ਣ ਦੇ ਉੱਤੇ ਸਿਆਸਤ ਤੇ ਧੂਏ ਦੇ ਵਿਚਾਲੇ ਨੰਗਲ ਦੇ ਅਗਮਪੁਰ ਦਾ ਇੱਕ ਕਿਸਾਨ ਅਜਿਹਾ ਵੀ ਹੈ ਜੋ ਹੋਰਨਾਂ ਕਿਸਾਨਾਂ ਦੇ ਲਈ ਮਿਸਾਲ ਬਣ ਰਿਹਾ ਹੈ। ਤੇ ਇਹ ਖੇਤ ਉਸ ਕਿਸਾਨ ਖੁਸ਼ਪਾਲ ਸਿੰਘ ਦੇ ਨੇ ਜਿਸ ਨੂੰ ਪਰਾਲੀ ਨਾ ਸਾੜਨ ਤੇ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਦੇ ਵੱਲੋਂ ਬੈਸਟ ਫਾਰਮਰ ਅਵਾਰਡ ਮਿਲ ਚੁੱਕਿਆ ਹੈ। ਖੁਸ਼ਪਾਲ ਸਿੰਘ ਪਿਛਲੇ 15 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ, ਸਗੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਮਿੱਟੀ 'ਚ ਮਿਲਾ ਕੇ ਅਗਲੀ ਫਸਲ ਬੀਜਦਾ ਹੈ। 14-15 ਸਾਲ ਤੋਂ ਖੇਤਾਂ 'ਚ ਅੱਗ ਨਹੀਂ ਲਾਈ
ਮੈਂ ਇਸ ਕਰਕੇ ਮੈਂ ਖੇਤੀ ਹੁਣ ਤਾਂ ਬੜੇ ਸਾਧਨ ਹੋ ਗਏ ਐਗਰੀਕਲਚਰ ਡਿਪਾਰਟਮੈਂਟ ਵਾਲੇ ਸਾਨੂੰ ਬੜੀਆਂ ਮਸ਼ੀਨਰੀਆਂ ਮੁਹੱਈਆ ਕਰ ਰਾਤੀਆਂ ਵੀ ਨਹੀਂ ਵੀ ਸੁਪਰ ਸੀਡਰ ਤੇ ਹੋਰ ਚੀਜ਼ਾਂ। ਕਿਸਾਨ ਖੁਸ਼ਪਾਲ ਸਿੰਘ ਮੁਤਾਬਕ ਪਰਾਲੀ ਸੜਨ ਦੇ ਨਾਲ ਨਾ ਸਿਰਫ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਦਾ ਹੈ, ਸਗੋਂ ਮਿੱਤਰ ਕੀੜਿਆਂ ਦੇ ਸੜਨ ਦੇ ਨਾਲ ਧਰਤੀ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਹੁੰਦਾ ਹੈ। ਕਿਉਂ ਅੱਗ ਲਾਉਣ ਨਾਲ ਜ਼ਮੀਨ ਦੀ ਧਰਤੀ ਜਿਹੜੀ ਹੈ ਨਾ ਇਹਦੀ ਨਸਲ ਵੀ ਖਰਾਬ ਹੁੰਦੀ ਹੈ, ਮਿੱਤਰ ਕੀੜੇ ਮਰ ਜਾਂਦੇ, ਅਗਲੀ ਵਾਰੀ ਸਾਡੇ ਝਾੜ ਨੂੰ ਵੀ ਫਰਕ ਪੈਂਦਾ। ਇਸ ਵਾਸਤੇ ਮੈਂ ਤਾਂ ਰਿਕੁਐਸਟ ਕਰਦਾ ਵੀ ਕੋਈ ਬੰਦਾ ਕਿਸਾਨ ਹੈ ਜਿਹੜਾ ਖੇਤਾਂ 'ਚ ਅੱਗ ਨਾ ਲਾਵੇ। ਤਾਂ ਜਦੋਂ ਹਰ ਪਾਸੇ ਧੂਆਂ ਹੈ, ਖੇਤਾਂ 'ਚ ਅੱਗ ਦੇ ਭਾਂਬੜ ਨੇ ਤੇ ਧੂਆਂ ਅਤੇ ਧੂਏ ਦਾ ਡਾਟਾ ਅਸਮਾਨੀ ਚੜ੍ਹ ਰਿਹਾ ਹੈ, ਅਜਿਹੇ 'ਚ ਖੁਸ਼ਪਾਲ ਸਿੰਘ ਵਰਗੇ ਕਿਸਾਨ ਵਾਕਈ ਉਹਨਾਂ ਸਭ ਦੇ ਲਈ ਉਦਾਹਰਨ ਨੇ ਜੋ ਮੰਨਦੇ ਨੇ ਕਿ ਪਰਾਲੀ ਦਾ ਹੱਲ ਸਿਰਫ ਅੱਗ ਨਾਲ ਹੋ ਸਕਦਾ ਹੈ। ਖੈਰ, ਇੱਕ ਪਾਸੇ ਪਰਾਲੀ ਦੇ ਬਦਲ ਨੂੰ ਲੈ ਕੇ ਕਿ ਪਰਾਲੀ ਨਾ ਸਾੜੀਏ ਤਾਂ ਕੀ ਕਰੀਏ, ਉਸ ਨੂੰ ਲੈ ਕੇ ਬਵਾਲ ਹੈ ਤੇ ਇਸ ਵਿਚਾਲੇ ਧੂਆਂ ਹੈ, ਪਰ ਦੂਜੇ ਪਾਸੇ ਇੱਕ ਕਿਸਾਨ 15 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ। ਖੈਰ, ਜਦੋਂ ਕੋਈ ਕਿਸਾਨ ਅਗਾਂਹਵਧੂ ਸੋਚ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੁਗਿਰਦੇ ਦਾ ਵੀ ਧਿਆਨ ਰੱਖੇ, ਪਰਾਲੀ ਨੂੰ ਅੱਗ ਨਾ ਲਗਾਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ, ਸਿਆਸਤ ਦਾ ਜ਼ਿਕਰ ਕਰ ਰਹੇ ਹਾਂ। ਪਰਾਲੀ ਦੇ ਉੱਤੇ ਇਸ ਸਮੇਂ ਸਿਆਸਤ ਖੂਬ ਹੋ ਰਹੀ ਹੈ। ਖੇਤੀਬਾੜੀ ਮੰਤਰੀ ਦਾ ਬੀਜੇਪੀ ਦੇ ਉੱਤੇ ਇਹ ਪਲਟਵਾਰ ਤੁਸੀਂ ਕਹਿ ਸਕਦੇ ਹੋ, ਕਿਉਂਕਿ ਬੀਜੇਪੀ ਹਮਲਾਵਰ ਨਜ਼ਰ ਆਈ ਹੈ ਇਸ ਪੂਰੇ ਮੁੱਦੇ ਉੱਤੇ, ਚਾਹੇ ਉਹ ਪੰਜਾਬ ਬੀਜੇਪੀ ਹੋਵੇ ਜਾਂ ਫਿਰ ਦਿੱਲੀ ਦੇ ਵਿੱਚ ਬੀਜੇਪੀ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਹੋਵੇ। ਬੀਜੇਪੀ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਆਉਣ, ਇੱਕ ਹੀ ਗੱਡੀ ਦੇ ਵਿੱਚ ਪੰਜਾਬ ਅਤੇ ਹਰਿਆਣਾ ਦਾ ਅਸੀਂ ਦੌਰਾ ਕਰਾਂਗੇ। ਤਾਂ ਇੱਕ ਤਰੀਕੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਚੈਲੰਜ ਕਰ ਰਹੇ ਨੇ ਕਿ ਨਹੀਂ, ਪੰਜਾਬ ਦੇ ਵਿੱਚ ਉਨੀ ਪਰਾਲੀ ਨਹੀਂ ਸਾੜੀ ਗਈ। ਦਰਅਸਲ ਪੰਜਾਬ ਦੇ ਵਿੱਚ ਪਰਾਲੀ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਦੇ ਸੀਐਮ ਨੇ ਵੀ ਨਿਸ਼ਾਨਾ ਸਾਧਿਆ ਤੇ ਉਹ ਇਹ ਤਰਕ ਦੇ ਰਹੇ ਸਨ ਕਿ ਹਰਿਆਣਾ ਦੇ ਵਿੱਚ ਸਿਰਫ 10% ਪਰਾਲੀ ਸਾੜੀ ਗਈ ਹੈ ਪੰਜਾਬ ਦੇ ਨਾਲੋਂ, ਔਰ ਪੰਜਾਬ 'ਚ ਕੋਈ ਕੰਟਰੋਲ ਨਹੀਂ ਹੈ, ਜਿਸ ਦੀ ਵਜ੍ਹਾ ਦੇ ਨਾਲ ਹਰ ਪਾਸੇ ਧੂਆਂ ਹੀ ਧੂਆਂ ਹੈ। ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਪੰਕਜ ਕਪਾਹੀ। पंजाब च पराली के मद्देनज़र अगले 15 दिन बेहद अहम ने। सरकार की कुछ कोशिश कर रही है क्योंकि लगातार मामले जिहड़े ने वो वधदे जा रहे ने। पराली के मामले नूं लैके पंजाब सरकार दे उत्ते हरियाणा तो लैके दिल्ली तक निशाने साधे जा रहे हैं कि पंजाब सरकार कदम नहीं चुक रही। मेरे नाल कुलदीप सिंह धालीवाल ने गलबात कर लैंदे। धालीवाल साहब, तुहाडे वल्लों कहा जा रहा बहुत सारे कदम चुके जा रहे हैं, हुण तक पहलां ये दसो कि पिछले एक हफ्ते का ग्राफ देखिए, वधन की वजह की है, क्यों केस वध रहे ने पंजाब दे विच? क्योंकि किसानां दे तुसीं चलान नहीं कट रहे, ये वजह है, या तुहाडे अधिकारी लापरवाह होए ने, ये वजह है, की वजह की है? नहीं, ये वजह नहीं, वजह यह कि असी 15 सितंबर तो झोने का सीजन शुरू होया, जो पहले 1509 वगैरह जिन्हें एरिया में सब्जी लगती, अखीर दे विच हुण आपां एंड ते सीजन 5-7 दिन खत्म हो जाएगा। ਅਸੀਂ ਐਂਡ ਤੇ ਮਾਲਵਾ ਬੈਲਟ 'ਚ ਆ ਗਏ, ਜਿੱਧਰ ਮਤਲਬ ਪੂਸਾ ਜਿਹੜੀ ਉਹ ਜ਼ਿਆਦਾ ਹੀ ਲਾਉਂਦੇ ਕਿਸਾਨ, ਤੇ ਜਿਹੜੀ ਪੂਸਾ ਮਤਲਬ ਕਿਸਮ ਹੈ ਨਾ, ਇਹਦਾ ਪਰਾਲ ਬਹੁਤ ਹੁੰਦਾ, ਉਹਦੇ ਕਰਕੇ ਮਤਲਬ ਇਸ ਏਰੀਏ 'ਚੋਂ ਕੱਲ੍ਹ ਬਸੋਂ ਥੋੜ੍ਹੇ ਮਤਲਬ ਕੇਸ ਵੱਧ ਗਏ। ਬਟ ਅੱਜ ਤੱਕ ਦੇ ਜੋ ਅੰਕੜੇ ਆ 20 ਦੇ ਵਿੱਚ ਜਿਹੜਾ 5,35,000 ਹੈਕਟਰ ਖੇਤਾਂ ਨੂੰ ਮਤਲਬ ਜਿਹੜੀ ਉਹ ਅੱਗ ਲੱਗੀ ਪਰਾਲੀ ਦੀ। 21 ਦੇ ਵਿੱਚ 4 ਲੱਖ ਮਤਲਬ ਹੈਕਟਰ ਜ਼ਮੀਨ ਜਿਹੜਾ ਪਰਾਲੀ ਸੜੀ ਸੀ, ਔਰ ਹੁਣ ਅਜੇ ਤੱਕ ਮਤਲਬ 2,95,000 ਹੈਕਟਰ ਜਿਹੜੀ ਜ਼ਮੀਨ ਦੇ ਮਤਲਬ ਖੇਤਾਂ ਦੇ ਜਿਹੜੇ ਅੱਗ ਲੱਗੀ, ਮਤਲਬ ਆਪਾਂ 1.25 ਲੱਖ ਏਕੜ ਅੱਜ ਦੀ ਡੇਟ ਤੱਕ ਜੀ ਬਹੁਤ ਨੀਚੇ। ਪਿਛਲੇ ਸਾਲਾਂ ਨੂੰ ਅਸੀਂ ਕਿੰਨਾ ਕੰਮ ਕੀਤਾ। ਔਰ ਜਿਹੜੀ 에ਅਰ ਕੁਆਲਿਟੀ ਹਰਿਆਣੇ ਦੀ ਤੇ ਪੰਜਾਬ ਦੀ ਦੋਵਾਂ ਦੀ ਜਿਹੜੀ 에ਅਰ ਕੁਆਲਿਟੀ ਆ, ਉੱਥੋਂ ਦੀ 291, ਪੰਜਾਬ ਦੀ 190। ਸਮਝਦੇ ਕਿ ਉਹ ਸਾਡੇ ਨਾਲ ਜ਼ਿਆਦਾ ਪ੍ਰਦੂਸ਼ਣ ਪੈਦਾ ਕਰ ਰਹੇ। ਤੁਸੀਂ ਕਹਿ ਰਹੇ ਹੋ ਹੈਕਟੇਅਰ ਦੇ ਹਿਸਾਬ ਨਾਲ ਘੱਟ ਅੱਗ ਲੱਗੀ, ਲੇਕਿਨ ਆંકੜਿਆਂ ਦੇ ਹਿਸਾਬ ਨਾਲ ਦੇਖੀਏ, ਤਾਦਾਦ ਦੇਖਿਓ ਵਧੀ ਹੈ। ਆંકੜਿਆਂ ਦੇ ਹਿਸਾਬ ਨਾਲ ਇਦਾਂ ਕਿ ਤੁਸੀਂ ਵੀ ਪੰਜਾਬੀ ਹੋ, ਕਿਸਾਨ, ਮੈਂ ਕਿਸਾਨ ਦਾ ਪੁੱਤ ਹਾਂ। ਜਦੋਂ ਅਸੀਂ ਅੱਗ ਲਾਉਂਦੇ ਖੇਤ, ਪਰਾਲੀ ਨੂੰ ਅੱਗ ਲਾਉਂਦੇ, ਕਣਕ ਨੂੰ ਕਈ ਜਦੋਂ ਅੱਗ ਲਾਉਂਦੇ ਉਹਦੇ ਨਹਿਰਾਂ ਵੀ ਟੱਪ ਜਾਂਦੀ, ਉਦੋਂ ਵਾਹ ਵਗਦੀ ਹੁੰਦੀ, ਪਰ ਇਹ ਪਰਾਲੀ ਦੀ ਅੱਗ ਸਲੋ ਹੁੰਦੀ ਹੈ। ਪਰ ਫਿਰ ਵੀ ਆਹ ਖੇਤ ਆ ਇੱਥੇ ਲੱਗ ਗਈ, ਇਹਨੇ ਲੰਘਦੀ ਉੱਥੇ ਚੱਲ ਜਾਣਾ, ਪਏ 'ਚ ਚੱਲ ਜਾਣਾ, ਰਸਤੇ 'ਚ ਖਾਲਾਂ ਨੂੰ ਅੱਗ ਲੱਗ ਜਾਣੀ, ਰੁੱਖਾਂ ਨੂੰ ਲੱਗ ਗਈ। ਉਹ ਸੈਟੇਲਾਈਟ ਦਾ ਜਿਹੜਾ ਉਹਨੂੰ ਖਿੱਚ ਲੈਂਦੇ ਆ ਵੀ ਇਹਦਾ ਇੰਨੇ ਇੰਸੀਡੈਂਟ ਹੋ ਗਏ ਜੀ, ਇੱਥੇ ਵੀ ਲੱਗ ਗਏ ਜੀ, ਇੱਥੇ ਵੀ ਲੱਗ ਗਏ। ਬਟ ਜਿਹੜੀ ਰੀਅਲ ਉਹ ਮੈਂ ਤੁਹਾਨੂੰ ਦੱਸਦੀ ਹਾਂ ਵੀ ਮਤਲਬ ਅੱਗੇ ਨਾਲ 1.25 ਲੱਖ।
ਤਾਂ ਪਰਾਲੀ ਦੇ ਮਸਲੇ ਦੇ ਉੱਤੇ ਵਾਰ ਪਲਟਵਾਰ ਜਾਰੀ ਹੈ। ਪੰਜਾਬ ਤੇ ਹਰਿਆਣਾ ਦੇ ਜਿਹੜੇ ਨੁਮਾਇੰਦੇ ਨੇ ਆਮੋ ਸਾਹਮਣੇ ਨੇ, ਪਰ ਦੂਜੇ ਪਾਸੇ ਪਰਾਲੀ ਜੋ ਅੱਗ ਲਗਾਈ ਜਾ ਰਹੀ ਹੈ ਉਸ ਦੀ ਵਜ੍ਹਾ ਦੇ ਨਾਲ ਦਿੱਕਤਾਂ ਦਾ ਲਾਜ਼ਮੀ ਤੌਰ ਤੇ ਹੁੰਦੀਆਂ ਨਜ਼ਰ ਆ ਰਹੀਆਂ ਨੇ, ਖਾਸ ਤੌਰ ਤੇ ਪ੍ਰਦੂਸ਼ਣ ਦੀਆਂ। ਅੱਗੇ ਵਧਦੇ ਤੇ ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਅਚਾਨਕ ਗੋਲੀ ਚੱਲੀ ਹੈ। ਜੀ ਹਾਂ, ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਗਾਰਡ ਤੋਂ ਅਚਾਨਕ ਗੋਲੀ ਚੱਲੀ ਹੈ। ਦੁਰਗਿਆਣਾ ਮੰਦਿਰ ਦੇ ਸਾਬਕਾ ਪ੍ਰਧਾਨ ਦਾ ਇੱਕ ਗਾਰਡ ਹੈ ਤੇ ਗਾਰਡ ਦੇ ਪੈਰ ਦੇ ਵਿੱਚ ਗੋਲੀ ਲੱਗੀ ਤੇ ਉਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਅਚਾਨਕ ਗੋਲੀ ਚੱਲੀ ਲੱਗੀ ਦੱਸੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਪੈਰ ਦੇ ਵਿੱਚ ਗੋਲੀ ਲੱਗਦੀ ਹੈ ਤੇ ਉਸ ਤੋਂ ਬਾਅਦ ਇਹ ਸ਼ਖਸ ਉੱਥੇ ਡਿੱਗ ਜਾਂਦਾ ਹੈ। ਜੀ ਹਾਂ, ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਪੂਰੀ ਘਟਨਾ। ਅੰਮ੍ਰਿਤਸਰ ਦੇ ਵਿੱਚ ਸੁਰੱਖਿਆ ਗਾਰਡ ਦੇ ਉੱਤੇ ਸੁਰੱਖਿਆ ਗਾਰਡ ਤੋਂ ਗੋਲੀ ਚੱਲੀ ਹੈ। ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਗਲਤੀ ਦੇ ਨਾਲ ਗੋਲੀ ਚੱਲ ਗਈ, ਪਰ ਆਖਿਰ ਕਿਉਂ ਉੱਥੇ ਗੋਲੀ ਚੱਲ ਗਈ? ਪਰ ਤੁਹਾਨੂੰ ਦੱਸ ਦਈਏ ਕਿ ਦੁਰਗਿਆਣਾ ਮੰਦਿਰ ਦੇ ਇੱਕ ਸਾਬਕਾ ਪ੍ਰਧਾਨ ਨੇ, ਉਹਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ, ਗਾਰਡ ਹੈ ਉਹਨਾਂ ਦਾ, ਤੇ ਉਹਦੇ ਤੋਂ ਉਸ ਸਮੇਂ ਅਚਾਨਕ ਗੋਲੀ ਚੱਲ ਗਈ। ਗੋਲੀ ਚੱਲਣ ਦੀ ਵਜ੍ਹਾ ਦੇ ਨਾਲ ਇਹ ਘਟਨਾ ਵਾਪਰੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਪੈਰ ਦੇ ਵਿੱਚ ਹੀ ਲੱਗੀ ਹੈ ਔਰ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਬਾਈਕ ਦੇ ਉੱਤੇ ਇਸਨੇ ਆਪਣੀ ਜਿਹੜੀ ਰਾਈਫਲ ਹੈ ਉਹ ਰੱਖੀ ਹੋਈ ਸੀ। ਉਸ ਤੋਂ ਬਾਅਦ ਕੁਝ ਕਰਦਾ ਇਹ ਗਾਰਡ ਮੁਲਾਜ਼ਮ ਤੇ ਉਸ ਤੋਂ ਬਾਅਦ ਜਦੋਂ ਰਾਈਫਲ ਚੁੱਕ ਕੇ ਫਿਰ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਉਸ ਸਮੇਂ ਹੀ ਟ੍ਰਿਗਰ ਸ਼ਾਇਦ ਦੱਬਿਆ ਗਿਆ। ਇਸ ਤੋਂ ਲੋਡ ਸੀ ਇਹ ਰਾਈਫਲ ਤੇ ਫਿਰ ਗੋਲੀ ਚੱਲੀ ਜੋ ਉਸ ਦੇ ਪੈਰ ਦੇ ਵਿੱਚ ਲੱਗੀ। ਹੁਣ ਖਬਰ ਲੁਧਿਆਣਾ ਤੋਂ। ਲੁਧਿਆਣਾ ਦੇ ਗਿਆਸਪੁਰਾ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਲੀਕ ਹੋਣ ਦੇ ਨਾਲ ਹਫੜਾ ਦਫੜੀ ਮਚ ਗਈ। ਇਹ ਫੈਕਟਰੀ 'ਚ ਲੀਕ ਹੋਈ ਗੈਸ ਇਲਾਕੇ ਦੇ ਵਿੱਚ ਫੈਲ ਗਈ। ਫੈਕਟਰੀ ਦੇ ਬਾਹਰ ਸੜਕ ਤੱਕ ਆਈ ਤਾਂ ਲੋਕ ਵੀ ਇਸ ਦੀ ਲਪੇਟ ਦੇ ਵਿੱਚ ਆਉਂਦੇ ਨਜ਼ਰ ਆਏ। ਉਧਰ ਗੈਸ ਲੀਕ ਹੋਣ ਕਾਰਨ ਨਾਲ ਬਣੀ ਫੈਕਟਰੀ ਦੇ 5 ਮਜ਼ਦੂਰ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਫੌਰਨ ਹਸਪਤਾਲ ਭੇਜਿਆ ਗਿਆ। फिर उसको हम लोगों को उठाकर बाहर ले गया एक एक करके। उसके बाद एम्बुलेंस फ़ोन किए, एम्बुलेंस आने में लेट हुआ, फिर प्राइवेट गाड़ी अपना किया। कितने बंदे जो बेहोश थे? 500 बंदे बेहोश थे। ਤੇ ਫੈਕਟਰੀ 'ਚ ਕਾਰਬਨ ਡਾਈਆਕਸਾਈਡ ਦਾ ਟੈਂਕਰ ਆਇਆ ਸੀ। ਗੈਸ ਸ਼ਿਫਟ ਕਰਦੇ ਸਮੇਂ ਸੇਫਟੀ ਵਾਲਵ ਖਰਾਬ ਹੋ ਗਿਆ, ਜਿਸ ਨੂੰ ਫੈਕਟਰੀ ਫੋਰਮੈਨ ਨੇ ਕੁਝ ਸਮੇਂ ਬਾਅਦ ਬੰਦ ਕੀਤਾ। ਘਟਨਾ ਦੀ ਇਤਲਾਹ ਮਿਲਦਿਆਂ ਹੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਦੀ ਗੱਲ ਕਹੀ। ਜਿਹੜੀ ਸਥਿਤੀ ਹੈ ਅੰਡਰ ਕੰਟਰੋਲ ਹੈ, ਕੋਈ ਫਿਲਹਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਲੇਕਿਨ ਇਹਦੀ ਜਾਂਚ ਜ਼ਰੂਰ ਹੋਏਗੀ ਤੇ ਇੱਕ ਟੀਮ ਬਣੇਗੀ, ਜਾਂਚ ਹੋਏਗੀ, ਜਿਹੜਾ ਦੋਸ਼ੀ ਪਾਇਆ ਗਿਆ ਉਹਦੇ ਤੇ ਕਾਰਵਾਈ ਹੋਏਗੀ। ਹਾਲਾਂਕਿ ਇਹ ਘਟਨਾਕ੍ਰਮ ਕਰੀਬ 15 ਤੋਂ 20 ਮਿੰਟ ਤੱਕ ਚੱਲਦਾ ਰਿਹਾ, ਪਰ ਰਾਹਤ ਦੀ ਗੱਲ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਫੋਰਮੈਨ ਦੀ ਸੂਝ-ਬੂਝ ਦੀ ਵਜ੍ਹਾ ਨਾਲ ਵੱਡਾ ਹਾਦਸਾ ਹੁਣੋਂ ਟਲ ਗਿਆ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਕਰਨਾਲ ਦੇ ਵਿੱਚ ਅਰਦਾਸ ਦੇ ਬਹਾਨੇ, ਗੁਰੂ ਘਰ 'ਚ ਅਰਦਾਸ ਦੇ ਬਹਾਨੇ ਠੱਗੀ ਕਰਨ ਵਾਲੇ 2 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹਨਾਂ ਦੋਵਾਂ ਨੇ ਆਪਣੇ 3 ਸਾਥੀਆਂ ਦੇ ਨਾਲ ਇੱਕ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ। ਸ਼ਿਵ ਕਾਲੋਨੀ ਇਲਾਕੇ ਦੀ ਮਹਿਲਾ ਤੋਂ ਇਹਨਾਂ 5 ਨੇ ਦੀਵਾਲੀ ਦੇ ਦਿਨ ਉਸ ਦੇ ਘਰ ਦੇ ਵਿੱਚ ਵੜ ਕੇ 40,000 रुपए ठगे ਅਤੇ ਫਿਰ फरार हो गए। जनता से ये अपील है कि किसी के बहकावे में होता है, कोई मंदिर गुरुद्वारे के नाम से ऐसे कोई वो मांगता है, कम से कम घर से बाहर रखे, वो ना हो करे, कोई है तो कोई पुलिस को सूचना दें। ਪੁਲਿਸ ਨੂੰ ਹੁਣ ਬਾਕੀ ਦੇ 3 ਮੁਲਜ਼ਮਾਂ ਦੀ ਭਾਲ ਹੈ ਜੋ ਇਹਨਾਂ ਦੋਵਾਂ ਦੇ ਨਾਲ ਮਹਿਲਾ ਦੇ ਘਰ ਗਏ ਸਨ। ਇਹ ਤਿੰਨੋਂ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਘਰ ਦੇ ਬਾਹਰ ਲੱਗੇ ਹੋਏ ਸੀ। ਉਧਰ ਫਾਜ਼ਿਲਕਾ ਦੇ ਮੰਡੀ ਲਾਧੂਕਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਤੇ ਆਪਣੇ ਘਰ ਦੇ ਵਿੱਚ ਬੈਠਾ ਰਾਤ ਦਾ ਖਾਣਾ ਖਾ ਰਿਹਾ ਪਰਿਵਾਰ ਉਸ ਵੇਲੇ ਸਹਿਮ ਗਿਆ ਜਦੋਂ ਘਰ ਦੇ ਉੱਤੇ ਕੁਝ ਬਦਮਾਸ਼ਾਂ ਨੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਨੇ ਇੱਟਾਂ ਪੱਥਰ ਵੀ ਮਾਰੇ। ਪਰਿਵਾਰ ਮੁਤਾਬਕ ਹਥਿਆਰਾਂ ਦੇ ਨਾਲ ਲੈਸ ਕਰੀਬ 8 ਤੋਂ 9 ਬਦਮਾਸ਼ ਅਚਾਨਕ ਆਏ ਅਤੇ ਹਮਲਾ ਕਰਕੇ ਫਰਾਰ ਹੋ ਗਏ। ਕੋਲ ਹਥਿਆਰ ਸੀ, ਬੰਦੂਕਾਂ ਸੀ, ਕਾਪੇ ਸੀ, ਗੰਡਾਸੇ ਸੀ। ਇਹ ਸਾਰਿਆਂ ਨੇ ਮੇਰੇ ਘਰ ਦੇ ਬਾਹਰ ਗੇਟ ਬੰਨਿਆ, ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਮੇਰੇ ਘਰ ਦੇ ਬਾਹਰ ਫਾਇਰ ਕੀਤੇ ਨੇ। ਮੌਕੇ ਤੇ ਪਹੁੰਚੀ ਪੁਲਿਸ ਟੀਮ ਮੁਤਾਬਕ ਪੀੜਤ ਪਰਿਵਾਰ ਨੇ ਕਿਸੇ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਗਵਾਹੀ ਦੇਣੀ ਸੀ ਤੇ ਗਵਾਹੀ ਦੇਣ ਤੋਂ ਰੋਕਣ ਦੇ ਲਈ ਹੀ ਇਹ ਹਮਲਾ ਕੀਤਾ ਗਿਆ ਲੱਗ ਰਿਹਾ ਹੈ। 4-5 ਮੋਟਰਸਾਈਕਲਾਂ ਤੇ 8-9 ਜਣੇ ਵਿਅਕਤੀ ਆਏ ਜਿਨ੍ਹਾਂ ਕੋਲ ਰਿਵਾਲਵਰ ਕਾਪੇ ਸੀ। ਉਹ ਘਰੇ ਆ ਕੇ ਉਹਦਾ ਫਾਇਰ ਕੀਤਾ ਤੇ ਘਰ ਦੀ ਭੰਨਤੋੜ ਕੀਤੀ ਹੈਗੀ ਹੈ ਤੇ ਅਸੀਂ ਉਹਦਾ ਬਿਆਨ ਲਿਖ ਕੇ 307 458 148 149 IPC 25/27 ਦਾ ਮੁਕੱਦਮਾ ਦਰਜ ਕਰ ਰਹੇ ਹਾਂ ਤੇ ਸਾਡੇ ਵੱਲੋਂ ਜੋ ਬਣਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ। ਘਰ 'ਚ ਬਿਮਾਰ ਬਜ਼ੁਰਗ ਹਮਲੇ ਦੇ ਸਮੇਂ ਅੰਦਰ ਲੁਕੇ ਰਹੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਘਟਨਾ ਨੇ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ।
ਤਾਂ ਸਵਾਲ ਤਾਂ ਲਾਜ਼ਮੀ ਤੌਰ ਤੇ ਖੜੇ ਹੁੰਦੇ ਨੇ ਕਿ ਆਖਿਰ ਇਸ ਤਰੀਕੇ ਨਾਲ ਕੋਈ ਘਰ ਦੇ ਉੱਤੇ ਕਿਵੇਂ ਹਮਲਾ ਕਰ ਸਕਦਾ ਹੈ, ਕਿਉਂਕਿ ਮਾਮਲਾ ਗਵਾਹੀ ਦੇ ਨਾਲ ਜੁੜਿਆ ਹੋਇਆ ਸੀ। ਪਰ ਜਦੋਂ ਬਦਮਾਸ਼ ਨੇ ਬੇਖੌਫ ਹੋ ਜਾਣ ਕਿ ਘਰ ਦੇ ਉੱਤੇ ਹਮਲਾ ਕਰ ਦੇਣ, ਹਰੇ ਆਮ ਫਿਰ ਫਰਕ ਤਾਂ ਪੈਂਦਾ ਹੈ।